ਤੁਹਾਡਾ ਆਪਣਾ ਪਸੰਦੀਦਾ ਸ਼ੋਅ ਲੈ ਕੇ ਰਾਹ ਪਰ ਦੇਖ ਸਾਨੂੰ। ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਅਰਵਿੰਦਰਪਾਲ ਸਿੰਘ ਜੀ ਰਾਇਲ ਟਰੈਵਲਸ ਤੋਂ। ਸਰ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰ ਜੀ ਅੱਜ ਕੱਲ੍ਹ ਅਸੀਂ ਦੇਖਿਆ ਗਿਆ ਬੱਚਿਆਂ 'ਚ ਬੜਾ ਚਾਅ ਹੈ, ਬੜਾ ਕਰੇਜ਼ ਹੈ ਹਾਇਰ ਸਟੱਡੀਜ਼ ਨੂੰ ਲੈ ਕੇ, ਤੇ ਬੱਚੇ ਜਦੋਂ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਕੀ ਸਲਾਹ ਦਿੰਦੇ ਹੋ, ਕੀ ਐਡਵਾਈਸ ਕਰਦੇ ਹੋ, ਹਾਊ ਡੂ ਯੂ ਗਾਈਡ ਦੈਮ? ਬੇਸਿਕਲੀ ਮੈਮ ਅਸੀਂ ਇੱਥੋਂ ਕਹਿੰਦੇ ਜ਼ਰੂਰ ਆ ਕਿ ਦਿਸ ਇਜ਼ ਫॉर ਹਾਇਰ ਐਜੂਕੇਸ਼ਨ, ਬਟ ਅਸਲ 'ਚ ਜਿਹੜੀ ਬੇਸਿਕ ਕਹਾਣੀ ਆ ਇਹ ਸਾਡੀ ਸਮਾਜ ਦੀ ਜਿਹੜੇ ਸਟੂਡੈਂਟਸ ਨੇ ਇਹ ਉਹਨਾਂ ਦੇ ਫਾਈਨੈਂਸ਼ੀਅਲ ਇੰਡੀਪੈਂਡੈਂਸ ਦੀ ਕਹਾਣੀ ਹੈ। ਅੱਛਾ ਜੀ। ਬਿਕਾਜ਼ ਆਬਵੀਅਸਲੀ ਯੂ ਆਰ ਵਰਕਿੰਗ, ਤੁਹਾਡੇ ਕੋਲ ਇੱਕ ਸੋਰਸ ਹੈਗਾ, ਯੈਸ ਤੁਸੀਂ ਅੱਗੇ ਸੋਚ ਸਕਦੇ ਹੋ, ਬਟ ਜਿਹੜੇ ਬਹੁਤ ਸਾਰੇ ਸਟੂਡੈਂਟਸ ਨੇ ਸਾਡੇ ਉਹ ਇੰਪਲੋਏਬਿਲਿਟੀ ਵਾਲੇ ਪਾਸਿਓਂ ਕਿਤੇ ਨਾ ਕਿਤੇ ਪ੍ਰੋਬਲਮੈਟਿਕ ਏਰੀਆ ਦੇ ਵਿੱਚ ਨੇ। ਸੋ ਆਬਵੀਅਸਲੀ ਜਿੰਨੀਆਂ ਹਾਇਰ ਐਜੂਕੇਸ਼ਨ ਤੁਸੀਂ ਬਾਹਰ ਦੀ ਗੱਲ ਕਰਦੇ ਹੋ ਇਹ ਅਸਲ 'ਚ ਉਹਨਾਂ ਲਈ ਇੰਪਲੋਏਬਿਲਿਟੀ ਹੈ, ਇਹ ਉਹਨਾਂ ਲਈ ਫਾਈਨੈਂਸ਼ੀਅਲ ਇੰਡੀਪੈਂਡੈਂਸ ਆ। ਸੋ ਆਬਵੀਅਸਲੀ ਸਟੂਡੈਂਟਸ ਰੁੱਖ ਉਹਨਾਂ ਮੁਲਕਾਂ ਦਾ ਕਰਦੇ ਆ ਜਿੱਥੇ ਹਾਇਰ ਐਜੂਕੇਸ਼ਨ ਆ, ਜਿੱਥੇ ਐਜੂਕੇਸ਼ਨ ਨਾਲ ਵਰਕਿੰਗ ਰਾਈਟਸ ਆ, ਜਿੱਥੇ ਵਰਕਿੰਗ ਰਾਈਟਸ ਤੋਂ ਬਾਅਦ PR ਦੀ ਗੱਲ ਹੈ। ਸੋ ਜਿੰਨੇ ਟੌਪ ਡੈਸਟੀਨੇਸ਼ਨਸ ਨੇ ਉਹ ਅਗਰ ਤਿੰਨ ਚੀਜ਼ਾਂ ਨੂੰ ਫੁੱਲਫਿਲ ਕਰਦੇ ਨੇ ਤਾਂ ਟੌਪ ਡੈਸਟੀਨੇਸ਼ਨਸ ਨੇ। ਅੱਛਾ ਤਾਂ ਇੱਦਾਂ ਦੀ ਕਿਹੜੀ ਡੈਸਟੀਨੇਸ਼ਨਸ ਨੇ ਜਿਹੜੇ ਇਹ ਤਿੰਨੋਂ ਕ੍ਰਾਈਟੇਰੀਆਜ਼ ਨੂੰ ਫੁੱਲਫਿਲ ਕਰਦੇ ਨੇ? ਆਲਮੋਸਟ ਜਿੰਨੇ ਤੁਸੀਂ ਲੀਡਿੰਗ ਡੈਸਟੀਨੇਸ਼ਨਸ ਸੁਣਦੇ ਹੋ ਉਹ ਸਾਰੇ ਤਕਰੀਬਨ, ਜਿੱਦਾਂ US ਹੋ ਗਿਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਿਆ। ਬਟ ਅਗਰ ਇਹਨਾਂ ਦੇ ਵਿੱਚ ਵੀ ਤੁਸੀਂ ਫਰਦਰ ਰੈਂਕਿੰਗ ਕਰੋਗੇ ਤਾਂ ਲਾਈਕ ਜਿੱਦਾਂ ਕੈਨੇਡਾ ਆ, ਕੈਨੇਡਾ ਇੱਕ ਟੌਪ ਡੈਸਟੀਨੇਸ਼ਨ ਵਜੋਂ ਉੱਭਰਨ ਦਾ ਕਾਰਨ ਕੀ ਆ? ਕੈਨੇਡਾ ਬੇਸਿਕਲੀ ਲਾਈਕ ਇੱਕ ਉਹ ਕੰਟਰੀ ਜਿਹੜਾ ਹਾਲੇ ਡਿਵੈਲਪਿੰਗ ਸਟੇਜ ਦੇ ਵਿੱਚ ਹੈ, ਹਾਲੇ ਅਨਐਕਸਪਲੋਰਡ ਹੈ। ਉਹ ਕੰਟਰੀ ਲਾਈਕ ਨੈਚੁਰਲ ਰਿਸੋਰਸਿਸ ਨਾਲ ਪੂਰਾ ਭਰਿਆ ਹੋਇਆ ਹੈ, ਬਟ ਕਿਉਂਕਿ ਉਹ ਹਾਲੇ ਐਕਸਪਲੋਰ ਨਹੀਂ ਹੋਇਆ, ਹਾਲੇ ਉਹਨਾਂ ਗਰੋ ਅਪ ਨਹੀਂ ਹੋਇਆ। ਸੋ ਜਿੰਨੇ ਸਟੂਡੈਂਟਸ ਜਾਂਦੇ ਆ ਇਹ ਕੈਨੇਡਾ ਲਈ ਵਿਨ ਸਿਚੁਏਸ਼ਨ ਆ ਕਿ ਸਾਡਾ ਸਟੂਡੈਂਟ ਜਾਂਦਾ ਹੈ, ਕੈਨੇਡਾ ਦੀ ਧਰਤੀ ਹੁੰਦੀ, ਸੋ ਉੱਥੇ ਸੈਟਲ ਹੁੰਦਾ, ਉੱਥੇ ਲਾਈਕ ਉਹ ਇੱਕ ਐਸਾ ਜ਼ਰੀਆ ਬਣਦਾ ਕਿ ਜਿਹਦੇ ਨਾਲ ਕੈਨੇਡਾ ਦੀ ਇਕੋਨਮੀ ਨੂੰ ਫਾਇਦਾ ਹੁੰਦਾ ਹੈ ਔਰ ਸਾਡੇ ਸਟੂਡੈਂਟਸ ਲਈ ਵੀ, ਬਿਕੋਜ਼ ਇਹ ਵਿਨ ਵਾਲੀ ਸਿਚੁਏਸ਼ਨ ਹੈ ਵੀ ਇਹ ਇੰਪਲੋਏਬਲ ਹੁੰਦੇ ਆ। ਇਹ ਇੱਕ ਵਾਰੀ ਜਿਸ ਤਰੀਕੇ ਨਾਲ ਪੇਰੈਂਟਸ ਸੋਚਦੇ ਨੇ ਕਿ ਬੱਚੇ ਦੇ ਇੱਕ ਵਾਰੀ ਪੈਸਾ ਖਰਚ ਕੇ ਉਹਨੂੰ ਕੰਮਕਾਰ ਸ਼ੁਰੂ ਕਰੀਏ ਜਾਂ ਉਹਨੂੰ ਬਾਹਰ ਭੇਜੀਏ, ਸੋ ਬੇਸਿਕਲੀ ਇਹ ਉਸ ਰਿਪਲੇਸਮੈਂਟ ਦੇ ਉੱਪਰ ਇਹ ਇੰਡਸਟਰੀ ਇਸ ਟਾਈਮ ਹੈ। ਅੱਛਾ ਮਤਲਬ ਮੋਰ ਦੈਨ ਹਾਇਰ ਸਟੱਡੀਜ਼ ਫੋਕਸ ਉੱਥੇ ਰਹਿੰਦਾ ਹੈ ਕਿ ਬੱਚੇ ਜਾ ਕੇ ਬਾਹਰ ਉੱਥੇ ਸੈੱਟ ਵੀ ਹੋ ਸਕਣ। ਆਬਵੀਅਸਲੀ ਅਸਲ ਜਿੱਦਾਂ ਦਾ ਸਾਡਾ ਸਮਾਜ ਦੀ ਸਿਰਜਣਾ ਆ, ਹਾਲੇ ਸਾਡੇ 'ਚ ਨਾ ਇਸ ਤਰੀਕੇ ਨਾਲ ਸੋਚਣਾ ਕਿ ਤੁਸੀਂ ਆਪਣੇ ਕਰੀਅਰਸ ਪਲਾਨ ਕਰ ਸਕੋ, ਤੁਸੀਂ ਆਪਣੀ ਐਜੂਕੇਸ਼ਨ ਦੇ ਨਾਲ ਉਸ ਲੈਵਲ ਤੱਕ ਜਾ ਸਕੋ। ਸੋ ਸਾਡੇ ਸਭ ਦੇ ਕਰੀਅਰਸ ਉੱਥੋਂ ਇਸ ਤਰੀਕੇ ਨਾਲ ਡਿਜ਼ਾਈਨ ਹੁੰਦੇ ਆ ਕਿ ਲਾਈਫ 'ਚ ਜਿੱਥੋਂ ਤੁਸੀਂ ਪਹਿਲਾ ਰੁਪਈਆ ਕਮਾਇਆ ਉਹ ਤੁਹਾਡਾ ਕਰੀਅਰ ਪੈਂਦਾ, ਉਹ ਤੁਹਾਡੇ ਗਲ ਪੈ ਗਿਆ, ਮਤਲਬ ਯੂ ਡੋਂਟ ਡਿਜ਼ਾਈਨ ਇਟ ਐਕਚੁਅਲੀ। ਬਿਲਕੁਲ। ਸੋ ਇਸੇ ਤਰੀਕੇ ਨਾਲ ਸਟੂਡੈਂਟਸ ਲਈ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈ। ਸੋ ਯੈਸ, ਕੈਨੇਡਾ ਹੋ ਗਿਆ, US ਹੋ ਗਿਆ ਜਾਂ ਬਾਹਰਲੇ ਜਿੰਨੇ ਮੁਲਕ ਆ ਉਹ ਇਸੇ ਰਸਤੇ ਦੇ ਉੱਪਰ ਹੀ ਨੇ। ਅੱਛਾ ਤੇ ਆਈ ਹੋਪ ਜਿੰਨੇ ਵੀ ਦਰਸ਼ਕ ਸੁਣ ਰਹੇ ਨੇ ਜੇ ਉਹ ਵੀ ਇਸ ਤਰ੍ਹਾਂ ਦੀ ਪਲੈਨਿੰਗਸ ਦੇ ਨਾਲ ਯਾਨੀ ਹਾਇਰ ਸਟੱਡੀਜ਼ ਦੇ ਨਾਲ ਜੇ ਉਹ ਇੰਪਲੋਇਮੈਂਟ ਦੇ ਰੋਜ਼ਗਾਰ ਦੇ ਅਵਸਰ ਵੀ ਦੇਖ ਰਹੇ ਨੇ ਤੇ ਉਹ ਜ਼ਰੂਰ ਰਾਇਲ ਟਰੈਵਲਸ ਨੂੰ ਕੰਟੈਕਟ ਕਰਨ, ਤੁਹਾਨੂੰ ਉੱਥੇ ਸਹੀ ਗਾਈਡੈਂਸ ਦਿੱਤੀ ਜਾਏਗੀ। ਸਰ ਆਪਾਂ ਦੇਖਿਆ ਮਾਰਕੀਟ ਵਿੱਚ ਹੋਰ ਵੀ ਬਹੁਤ ਇਮੀਗ੍ਰੇਸ਼ਨ ਵਾਲੇ ਬੈਠੇ ਨੇ, ਹੈ ਨਾ, ਨਵੇਂ ਯੂਥ ਆ ਰਿਹਾ ਹੈ, ਅੱਗੇ ਆ ਰਿਹਾ ਇਹਨਾਂ ਚੀਜ਼ਾਂ ਵਿੱਚ ਨਾ, ਤੇ ਤੁਸੀਂ ਮਤਲਬ ਤੁਹਾਨੂੰ ਕੀ ਲੱਗਦਾ ਹੈ ਕਿ ਬੱਚੇ ਤੁਹਾਨੂੰ ਅਪਰੋਚ ਕਿਉਂ ਕਰਨਗੇ? ਮੈਂ ਐਕਚੁਅਲੀ ਉਲਟਾ ਆਇਆ ਵੀ, ਆਮ ਵਰਕਿੰਗ ਫॉर द ਲਾਸਟ 21 ਇਅਰਸ, ਮੈਨੂੰ 21 ਸਾਲ ਹੋ ਗਏ। ਔਰ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀ ਅਸੀਂ ਕਿਸੇ ਨੂੰ ਕਹਿੰਦੇ ਸੀਗੇ ਕਿ ਲੋਕ ਉਦੋਂ ਨਾ ਮਾਫੀਆ ਰੂਟਸ ਤੋਂ ਜਾਂਦੇ ਸੀ, ਮਤਲਬ ਜੰਗਲ ਟੱਪਦੇ ਸੀ, ਬਾਰਡਰ ਕ੍ਰਾਸ ਕਰਦੇ ਸੀ, ਐਂਡ ਵੀ ਯੂਜ਼ ਟੂ ਟੈਲ ਦੈਮ ਕਿ ਨਹੀਂ, ਇੱਕ ਇੰਡਸਟਰੀ ਹੈਗੀ ਆ ਜਿਹਦੇ 'ਚ ਤੁਹਾਡਾ ਵੀਜ਼ਾ ਪ੍ਰੋਸੈਸ ਹੋ ਜਾਂਦਾ ਹੈ, ਤੁਹਾਡਾ ਵੀਜ਼ਾ ਲੱਗ ਜਾਂਦਾ ਹੈ। ਔਰ ਉਸ ਜ਼ਮਾਨੇ 'ਚ ਲਈ ਕਿਸੇ ਬਜ਼ੁਰਗ ਨੇ ਕਿਸੇ ਨੇ ਪੁੱਛਣਾ ਤੇ ਉਹਨਾਂ ਨੇ ਤੁਹਾਨੂੰ ਬਲੰਟਲੀ ਮੂੰਹ 'ਤੇ ਬੋਲਦੇ ਹੁੰਦੇ ਸੀ, ਅੱਛਾ ਤੁਸੀਂ ਫਿਰ ਟਰਾਈ ਮਾਰਨ ਵਾਲੇ ਲੋਕ ਹੋ, ਮੀਨਸ ਤੁਸੀਂ ਵੀਜ਼ਾ ਟਰਾਈ ਕਰੋਗੇ ਕਿਉਂਕਿ ਪੱਕਾ ਕੰਮ ਤੇ ਉਹਦਾ ਹੈ ਜਿਹੜਾ ਬਾਰਡਰ ਟਪਾ ਕੇ ਲੈ ਕੇ ਜਾਊਗਾ। ਸੋ ਵੀ ਆਰ ਗਲੈਡ ਕਿ ਇਹ ਇੰਡਸਟਰੀ ਐਸਟੈਬਲਿਸ਼ ਹੋ ਗਈ। ਵੀ ਆਰ ਵਨ ਆਫ ਦ ਪਾਇਨੀਅਰਸ ਕਿ ਇਹ ਇੰਡਸਟਰੀ ਤੁਰ ਪਈ, ਇਹਨੇ ਬਹੁਤ ਸਾਰੇ ਯੂਥ ਨੂੰ ਇੰਪਲੋਏ ਕੀਤਾ। ਸੋ ਹੁਣ ਹਜ਼ਾਰਾਂ ਸੈਂਕੜੇ ਲੋਕ ਇਹਦੇ 'ਚ ਇੰਪਲੋਇਡ ਨੇ। ਮੇਰੇ ਕੋਲ ਕਿਤੇ ਜਾਣ ਬਟ ਸਿੱਧੇ ਰਸਤੇ ਤੇ ਜਾਣ, ਆਈ ਐਮ ਮੋਰ ਦੈਨ ਹੈਪੀ। ਅੱਛਾ ਜੀ, ਨਹੀਂ ਬਹੁਤ ਵਧੀਆ ਗੱਲ ਹੈ ਇਹ ਤਾਂ। ਸਰ ਮੈਂ ਸੁਣਿਆ ਮਾਰਕੀਟ 'ਚ ਇਹੋ ਜਿਹਾ ਬਹੁਤ ਸਿਸਟਮ ਹੈ ਕਿ ਵਾਈਟ ਪੇਪਰਸ 'ਤੇ ਵੀਜ਼ਾ ਦਿਖਾਉਂਦੇ ਨੇ ਲੋਕ। ਆਈ ਹੋਪ ਯੂ ਆਰ ਨੋਟ ਵਨ ਆਫ ਦੈਮ। ਤੇ ਤੁਸੀਂ ਕਿੰਨਾ ਕੁ ਵੀਜ਼ਾ ਦੀ ਸ਼ੋਰਿਟੀ ਔਰ ਐਸ਼ੋਰੈਂਸ ਦਿੰਦੇ ਹੋ? ਮੈਂ ਬੇਸਿਕਲੀ ਤੁਸੀਂ ਅਗਰ ਸਾਡੇ ਆਫਿਸ ਤੁਸੀਂ ਆਇਓ ਕਦੇ, ਸਾਡੀ ਕੋਈ ਵੀਜ਼ਾ ਵਾਲੀ ਵਾਲ ਨਹੀਂ ਹੈਗੀ। ਵੀ ਡੋਂਟ ਹੈਵ ਇਵਨ ਅ ਸਿੰਗਲ ਵੀਜ਼ਾ
ਕਿਤੇ ਵਾਲ ਤੇ ਟੰਗਿਆ ਹੋ ਜਾਂ ਕਿਸੇ ਨੂੰ ਦਿਖਾਉਣ ਵਾਲੀ ਗੱਲ ਹੋਗੀ। ਬੇਸਿਕਲੀ ਵੀਜ਼ਾ ਕਿਸੇ ਦਾ ਪਰਸਨਲ ਡਾਕੂਮੈਂਟ ਹੈ ਐਂਡ ਆਈ ਡੋਂਟ ਹੈਵ ਐਨੀ ਅਥਾਰਟੀ ਕਿ ਮੈਂ ਉਹਨੂੰ ਮਤਲਬ ਵੀ ਉਹਨੂੰ ਨੁਮਾਇਸ਼ ਕਰਾਂ, ਉਹਨੂੰ ਚਰਾਹੇ ਟੰਗ ਦੇਵਾਂ। ਤੁਹਾਡੀ ਪ੍ਰਾਈਵੇਸੀ ਆ, ਤੁਹਾਡੀ ਪ੍ਰਾਈਵੇਟ ਜਾਣਕਾਰੀ ਆ। ਬਟ ਹਾਊ ਵਿਲ ਯੂ ਅਟਰੈਕਟ ਸਟੂਡੈਂਟਸ ਦੈਨ ਸਰ? ਉਹ ਮਾਰਕੀਟਿੰਗ ਦਾ ਦੇਖੋ, ਮਾਰਕੀਟਿੰਗ ਅਲੱਗ ਚੀਜ਼ ਆ। ਹਾਂਜੀ, ਮਾਰਕੀਟਿੰਗ ਤੋਂ ਤੁਹਾਨੂੰ ਸਮਝਣਾ ਪਏਗਾ। ਸੋ ਸਾਨੂੰ ਅਗਰ ਲੋਕਾਂ ਨੂੰ ਐਜੂਕੇਟ ਕਰਨਾ ਤਾਂ ਅਸੀਂ ਮਾਰਕੀਟਿੰਗ ਬਾਰੇ ਸਿਖਾ ਰਹੇ ਹਾਂ। ਸੋ ਤੁਸੀਂ ਵੇਖਿਆ ਇੰਡੀਆ ਦੇ ਵਿੱਚ ਗੋਰੇ ਹੋਣ ਵਾਲੀਆਂ ਕਰੀਮਾਂ ਸ਼ੁਰੂ ਤੋਂ ਚੱਲਦੀਆਂ ਨੇ, ਪਰ ਇੰਡੀਆ ਦਾ ਰੰਗ ਕਿੰਨਾ ਕੁ ਬਦਲਿਆ ਹੈ। ਸੋ ਮਾਰਕੀਟਿੰਗ ਅਲੱਗ ਚੀਜ਼ ਆ, ਸੋ ਜਿਹੜੀ ਐਥੀਕਲ ਪ੍ਰੋਫੈਸ਼ਨਲ ਵਰਕਿੰਗ ਉਹ ਅਲੱਗ ਚੀਜ਼ ਆ। ਸੋ ਸਾਨੂੰ ਅਗਰ ਸੁਸਾਇਟੀ ਨੂੰ ਐਜੂਕੇਟ ਕਰਨਾ ਤਾਂ ਉਹ ਇਹੀ ਕਰਨਾ ਕਿ ਉਹਨਾਂ ਨੂੰ ਪਛਾਣ ਕਿੱਦਾਂ ਹੋਵੇ। ਹਾਂਜੀ, ਉਹੀ ਤਾਂ ਮੈਂ ਜਾਣਨਾ ਚਾਹੁੰਦੀ ਕਿ ਪਹਿਚਾਣ ਕਿੱਦਾਂ ਕਰਨਗੇ ਕਿ ਰਾਇਲ ਟਰੈਵਲਸ ਹਾਂ ਅਸੀਂ ਇਹ ਟਰਸਟਵਰਦੀ ਹੈ, ਅਸੀਂ ਆ ਕੇ ਇੱਥੇ ਟਰਸਟ ਕਰ ਸਕਦੇ ਹਾਂ। ਇਹ ਮੈਮ ਇਟਸ ਲਾਈਕ ਸਵਿਮਿੰਗ, ਯੂ ਨੀਡ ਟੂ ਡਾਈਵ ਇਨ। ਤੁਹਾਨੂੰ ਬਾਹਰ ਬੈਠਿਆ ਨਹੀਂ ਪਤਾ ਲੱਗੇਗਾ। ਉਹ ਕਹਿ ਰਹੇ ਕਿ ਸਾਡੇ ਕੋਲ ਆਓ, ਫਿਰ ਹੀ ਸਾਡੀ ਆਥੈਂਟਿਸਿਟੀ ਦਾ ਪਤਾ ਚੱਲੇਗਾ। ਔਰ ਆਈ ਐਮ ਸ਼ੋਰ ਕਿ 21 ਸਾਲਾਂ ਤੋਂ ਉਹ ਕੰਮ ਕਰ ਰਹੇ ਔਰ ਬੜੇ ਬੱਚਿਆਂ ਦੇ ਸੁਪਨਿਆਂ ਨੂੰ ਪੰਖ ਲਗਾਏ ਉਹਨਾਂ ਨੇ। ਸਰ ਜੀ ਅਗਲਾ ਸਵਾਲ ਲੈ ਲੈਂਦੇ ਆ। ਸਰ ਜੀ ਮੈਂ ਸੁਣਿਆ ਤੁਸੀਂ ਯੂਐਸ ਨੂੰ ਬਹੁਤ ਪ੍ਰਮੋਟ ਕਰਦੇ ਹੋ, ਕੀ ਚੱਕਰ ਹੈ ਉੱਥੇ? ਆਇਲਸ ਦੀ ਲੋੜ ਨਹੀਂ ਉੱਥੇ? ਬੇਸਿਕਲੀ ਯੂਐਸ ਨੂੰ ਪ੍ਰਮੋਸ਼ਨ ਦਾ ਕਾਰਨ ਮਤਲਬ ਵੀ ਆਰ ਨੋਬਡੀ ਟੂ ਪ੍ਰਮੋਟ ਇਟ। ਯੂਐਸ ਅਸਲ 'ਚ ਜੇ ਥੋੜ੍ਹੇ ਰੁੱਖੇ ਸ਼ਬਦਾਂ ਨੇ ਕਿ ਯੂਐਸ ਕਿਸੇ ਦੇ ਪਿਓ ਦਾ ਮੁਲਕ ਨਹੀਂ ਹੈ। 100% ਲੋਕ ਮਾਈਗ੍ਰੈਂਟਸ ਨੇ। ਸੋ 100% ਲੋਕ ਬਾਹਰੋਂ ਆ ਕੇ ਵਸੇ ਨੇ। ਸੋ ਇਸੇ ਕਰਕੇ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਬਹੁਤ ਫਰੈਂਡਲੀ ਨੇ। ਸੋ ਤੁਸੀਂ ਕਦੀ ਨਹੀਂ ਵੇਖਿਆ ਉਹ ਕੋਈ ਗਿਆ ਤਾਂ ਕਿਸੇ ਨੂੰ ਵਾਪਸ ਆਉਣਾ ਪੈ ਗਿਆ। ਸੋ ਇਦਾਂ ਦੀਆਂ ਤੁਹਾਨੂੰ ਸਟੋਰੀਜ਼ ਨਹੀਂ ਮਿਲਣਗੀਆਂ। ਅੱਛਾ ਜੀ। ਦੂਸਰੀ ਚੀਜ਼, ਤੁਹਾਨੂੰ ਬਾਕੀ ਸਾਰੇ ਕੰਟਰੀਜ਼ ਦੇ ਵਿੱਚ ਤੁਹਾਨੂੰ ਪੁੱਟ ਸਿੱਧ ਬੜਾ ਕੁਝ ਕਰਕੇ ਲਾਈਕ ਇਕੱਲੇ ਕਾਗਜ਼ ਬੋਲਦੇ ਨੇ। ਔਰ ਯੂਐਸ ਦਾ ਵੀਜ਼ਾ ਹੈ, ਤੁਸੀਂ ਗੱਲਾਂ ਬਾਤਾਂ ਲੈ ਸਕਦੇ ਹੋ। ਸੋ ਵੀਜ਼ਾ ਆਫਿਸਰ ਕੋਲ ਤੁਸੀਂ ਜਾਂਦੇ ਹੋ, ਯੂ ਹੈਵ ਅ ਬੰਚ ਆਫ ਪੇਪਰਸ, ਤੁਹਾਡੇ ਕੋਲ ਲਾਈਕ ਆਪਣੀ ਦੀ ਫਾਈਲ ਲੈ ਕੇ ਗਏ ਹੋ ਔਰ ਸਭ ਸਾਈਡ ਤੇ ਪਈ ਆ। ਯੂ ਨੀਡ ਟੂ ਪ੍ਰੂਵ ਯੂਰ ਵੀਜ਼ਾ। ਸੋ ਅਗਰ ਤੁਹਾਨੂੰ ਸਮਝ ਹੈ ਕਿ ਤੁਹਾਡਾ ਪਰਪਸ ਆਫ ਟਰੈਵਲ ਕੀ ਹੈ, ਤੁਸੀਂ ਕੀ ਕਰਨ ਆਏ ਹੋ, ਕਿਉਂ ਐਮਬੈਸੀ ਦੇ ਵਿੱਚ ਖੜੇ ਹੋ, ਔਰ ਤੁਹਾਨੂੰ ਲੌਜੀਕਲੀ ਉਹਨੂੰ ਪ੍ਰੂਵ ਕਰ ਸਕਦੇ ਹੋ, ਤਾਂ ਯੂਐਸ ਦਾ ਵੀਜ਼ਾ ਲੈਣਾ ਸਭ ਤੋਂ ਸੌਖਿਆਂ ਵੀਜ਼ਿਆਂ ਵਿੱਚੋਂ ਆ। ਔਰ ਅਗਰ ਅੰਕੜਿਆਂ ਦੀ ਗੱਲ ਕਰੋਗੇ ਤੇ ਤੁਸੀਂ ਜਿੰਨੇ ਕੁ ਵੀਜ਼ੇ ਕੈਨੇਡਾ ਜਾਂ ਬਾਕੀ ਕੰਟਰੀਜ਼ 1 ਸਾਲ ਦੇ ਵਿੱਚ ਦਿੰਦੇ ਨੇ, ਯੂਐਸ 1 ਮਹੀਨੇ ਦੇ ਵਿੱਚ ਉਹਨੇ ਵੀਜ਼ਾ ਗ੍ਰਾਂਟ ਕਰਦਾ ਹੈ। ਬਟ ਇਹ ਹੈ ਕਿ ਸਾਨੂੰ ਸਭ ਨੂੰ ਇਹਨਾਂ ਚੀਜ਼ਾਂ ਦਾ ਆਈਡੀਆ ਨਹੀਂ ਹੈ। ਸੋ ਅਗਰ ਤੁਸੀਂ ਸਟੈਟਿਸਟਿਕਸ ਚੈੱਕ ਕਰੋਗੇ, ਯੂ ਵਿਲ ਫਾਈਂਡ ਕਿ ਯੂਐਸ ਨਾਨ ਇਮੀਗ੍ਰੈਂਟ ਵੀਜ਼ਾਸ 1 ਮਹੀਨੇ ਦੇ ਵਿੱਚ 1 ਲੱਖ ਗ੍ਰਾਂਟ ਕਰ ਦਿੰਦਾ ਹੈ। ਸੋ 1 ਲੱਖ ਵੀਜ਼ਾਸ ਪਰ ਮੰਥ ਆਲ ਓਵਰ ਵਰਲਡ ਤੋਂ। ਯੈਸ, ਨਾ ਕੱਲੇ ਇੰਡੀਆ ਦਾ ਕੋਟਾ ਹੈ। ਇੰਡੀਆ ਦਾ ਹੀ ਇਹ ਵੀ ਰਿਸੀਵ ਮੋਰ ਦੈਨ 1 ਮਿਲੀਅਨ ਵੀਜ਼ਾਸ ਅ ਈਅਰ। ਸੋ ਸਾਡੇ ਕੋਲ 10 ਲੱਖ ਤੋਂ ਵੱਧ ਵੀਜ਼ਾਸ ਨੇ 1 ਸਾਲ ਦੇ। ਸੋ ਇਹ ਥੋੜੇ ਨਹੀਂ ਆ। ਸੋ ਸਿਰਫ ਇਹ ਹੈ ਕਿ ਸਾਨੂੰ ਆਈਡੀਆ ਨਹੀਂ ਹੈਗਾ ਕਿ ਅਸੀਂ ਕਿਹੜੇ ਮੁਲਕ ਦੀ ਗੱਲ ਕਰਦੇ ਹਾਂ। ਸੋ ਇਸ ਕਰਕੇ ਇਗਨੋਰੈਂਸ ਇਹਦਾ ਬੇਸਿਕ ਕਾਰਨ ਹੈ। ਜਾਂ ਸਾਨੂੰ ਸਭ ਨੂੰ ਲੱਗਦਾ ਕਿ ਯਾਰ ਯੂਐਸ ਵੀਜ਼ਾ ਘੱਟ ਦਿੰਦਾ ਹੈ, ਬਟ ਤੁਸੀਂ ਦਿੱਲੀ ਜਾਓਗੇ ਤੇ ਲਾਈਕ ਇਸ ਤੋਂ ਹੁਣ ਤਾਂ ਕੋਵਿਡ ਵਾਲਾ ਸਮਾਂ ਹੈ, ਇਸ ਤੋਂ ਪਹਿਲਾਂ ਵੀ ਅਗਰ ਤੁਸੀਂ ਦਿੱਲੀ ਜਾਓਗੇ ਤਾਂ ਤੁਸੀਂ ਵੇਖੋਗੇ ਸਭ ਤੋਂ ਵੱਧ ਰਸ਼ ਕਿਹੜੀ ਐਮਬੈਸੀ ਦੇ ਅੱਗੇ ਆ। ਉਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਲਈ ਯੂਐਸ ਐਮਬੈਸੀ ਦੇ ਅੱਗੇ ਹੀ ਆ। ਆਬਵੀਅਸਲੀ ਅਗਰ ਵੀਜ਼ਾਸ ਗ੍ਰਾਂਟ ਕਰਦੀ ਹੋਏਗੀ ਐਮਬੈਸੀ ਤਾਂ ਹੀ ਨਾ ਰਸ਼ ਹੈ। ਨਹੀਂ, ਕੀ ਕਾਰਨ ਹੈ ਉਹ ਇੰਨੇ ਵੀਜ਼ਾਸ ਕਿਉਂ ਗ੍ਰਾਂਟ ਕਰ ਰਹੀ ਕੰਪੈਰੀਟਿਵਲੀ ਬਾਕੀ ਕੰਟਰੀਜ਼ ਨਾਲੋਂ? ਉਹ ਕਿਉਂ ਇੰਨਾ ਵੀਜ਼ਾਸ ਗ੍ਰਾਂਟ ਕਰ ਰਹੀ ਹੈ? ਇਹ ਬੇਸਿਕਲੀ ਮੈਨੂੰ ਅਸੀਂ ਟੂਰਿਜ਼ਮ ਬੋਲਦੇ ਆ ਜਾਂ ਇਹਨੂੰ ਬੇਸਿਕਲੀ ਕਿਸੇ ਵੀ ਕੰਟਰੀ ਦੀ ਇਕਨੋਮੀ ਕਿਸ ਤਰੀਕੇ ਨਾਲ ਰਨ ਹੁੰਦੀ ਆ, ਇਹ ਡਿਜ਼ਾਈਨ ਹੈ। ਅੱਛਾ ਜੀ। ਤੁਸੀਂ ਵੇਖਿਆ ਹੋਊਗਾ ਪਿਛਲੇ ਕੁਝ ਸਮੇਂ ਦੇ ਵਿੱਚ ਅਗਰ ਤੁਸੀਂ ਵੀ ਥੋੜਾ ਧਿਆਨ ਨਾਲ ਸੋਚੋਗੇ, ਬਹੁਤ ਸਾਰੇ ਮੁਲਕ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ, ਮੌਰੀਸ਼ੀਅਸ, ਇਹ ਐਸੇ ਮੁਲਕ ਨੇ ਜਿਹੜੇ ਵਰਲਡ ਮੈਪ ਦੇ ਉੱਪਰ ਚੱਜ ਨਾਲ ਦਿਸਦੇ ਨਹੀਂ ਹੁੰਦੇ ਸੀ। ਪਰ ਰਾਤੋਂ ਰਾਤ ਇਹ ਜਗਣ ਲੱਗ ਗਏ। ਇੱਕ ਕਦ ਨਾਲ ਜਗਣ ਲੱਗ ਗਏ ਬਿਕੋਜ਼ ਤੁਹਾਨੂੰ ਗੋਆ ਐਕਸਪੈਂਸਿਵ ਪੈਂਦਾ, ਥਾਈਲੈਂਡ ਨੇੜੇ ਪੈਂਦਾ, ਥਾਈਲੈਂਡ ਸਸਤਾ ਪੈਂਦਾ। ਸੋ ਜਿਹੜਾ ਮਨੀ ਡਰੇਨ ਹੈ, ਇੱਕ ਪਾਸਿਓਂ ਪੈਸੇ ਦਾ ਫਲੋ ਹੈ ਜਿਹੜਾ, ਉਹ ਮੁਲਕਾਂ ਦੀ ਤਕਦੀਰ ਬਦਲਦਾ ਹੈ। ਔਰ ਯੂਐਸ, ਕੈਨੇਡਾ, ਇਹਨਾਂ ਸਭ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਬਹੁਤ ਵੱਡੀਆਂ ਨੇ ਬਿਕੋਜ਼ ਇਹ ਸਾਡੀ ਸੋਚ ਸਮਝ ਤੋਂ ਜ਼ਿਆਦਾ ਵੱਡੇ ਮੁਲਕ ਨੇ। ਤੁਸੀਂ ਦੇਖੋ ਲੋਕਲ ਡੋਮੈਸਟਿਕ ਫਲਾਈਟ 8 ਤੋਂ 10 ਘੰਟੇ ਦੀ ਲੋਕਲ ਫਲਾਈਟ। ਅਸੀਂ ਯੂਰਪ ਪਹੁੰਚ ਜਾਂਦੇ 8 ਘੰਟੇ 'ਚ। ਜੀ ਬਿਲਕੁਲ। ਸੋ ਐਂਡ ਦੇ ਹੈਵ देयर ਲੋਕਲ ਫਲਾਈਟਸ। ਸੋ ਇਹ ਸਾਡੀ ਸੋਚ ਸਮਝ ਤੋਂ ਜ਼ਿਆਦਾ ਵੱਡੇ ਮੁਲਕ ਨੇ। ਸੋ ਇਹਨਾਂ ਦੀਆਂ ਇਮੀਗ੍ਰੇਸ਼ਨ ਦੀਆਂ, ਟੂਰਿਜ਼ਮ ਦੀਆਂ ਸੋ ਜ਼ਰੂਰਤਾਂ ਸਾਡੇ ਤੋਂ ਬਹੁਤ ਜ਼ਿਆਦਾ ਵੱਡੀਆਂ ਨੇ। ਸੋ ਸਾਨੂੰ ਬਸ ਲਾਈਕ ਜਿੱਦਾਂ ਅਸੀਂ ਬਾਕੀ ਕੰਟਰੀਜ਼ ਨੂੰ ਅਸੈਸ ਕਰਦੇ ਹਾਂ, ਸੇਮ ਤਰੀਕੇ ਨਾਲ ਸਾਡੇ ਸੋਚਣ ਸਮਝਣ ਦਾ ਇਹਨਾਂ ਨੂੰ ਨਜ਼ਰੀਆ ਉਹੀ ਆ। ਸੋ ਇਸ ਕਰਕੇ ਸਾਨੂੰ ਇਹਨਾਂ ਦੀ ਜ਼ਰੂਰਤਾਂ ਦਾ ਅਹਿਸਾਸ ਨਹੀਂ ਹੁੰਦਾ। ਸੋ ਅਸੀਂ ਜਿੰਨੀਆਂ ਜ਼ਰੂਰਤਾਂ ਸਵਿਟਜ਼ਰਲੈਂਡ ਦੀਆਂ ਸੋਚਦੇ, ਉਨੀਆਂ ਜ਼ਰੂਰਤਾਂ ਅਸੀਂ ਅਮਰੀਕਾ ਜਾਂ ਕੈਨੇਡਾ ਦੀਆਂ ਸੋਚਦੇ ਹਾਂ। ਸੋ ਸਵਿਸ ਇੱਕ ਛੋਟਾ ਮੁਲਕ ਹੈ ਟੂਰਿਜ਼ਮ ਦੇ ਵਿੱਚ, ਬਹੁਤ ਲਿਮਟਡ ਲੋਕ ਜਾਂਦੇ ਨੇ, ਬਲਕਿ ਬਹੁਤ ਵੱਡੇ ਮੁਲਕ ਨੇ ਔਰ ਇੱਥੇ ਸੈਂਕੜੇ ਮਤਲਬ ਲੋਕ, ਹਜ਼ਾਰਾਂ ਲੋਕ ਜਾਂਦੇ ਆ। ਰਾਇਲ ਟਰੈਵਲ ਦੀ ਸਪੈਸ਼ਲਿਟੀ ਕੀ ਹੈ? ਨਹੀਂ ਇਦਾਂ ਦਾ ਕੁਛ ਨਹੀਂ। ਵੀ ਆਰ ਜਰਨਲ ਪ੍ਰੋਫੈਸ਼ਨਲਸ। ਅਸੀਂ ਕੁਛ ਅਸਮਾਨ ਨੂੰ ਉਤਰੇ ਕੋਈ ਬਾਬਾਇਜ਼ਮ ਵਾਲੇ ਨਹੀਂ ਕਿ ਸਾਡਾ ਹੱਥ ਲਾ ਕੇ ਵੀਜ਼ਾ ਆ ਜਾਏਗਾ। ਵੀ ਡੋਂਟ ਬਿਲੀਵ ਇਨ ਦਿਸ ਆਈਡੀਓਲੋਜੀ। ਠੀਕ ਹੈ ਜੀ। ਬੇਸਿਕਲੀ ਵੀ ਆਰ ਪ੍ਰੋਫੈਸ਼ਨਲਸ ਕਿ ਸਾਨੂੰ ਇਹ ਐਗਜ਼ੈਕਟਲੀ ਪਤਾ ਹੈ ਕਿ ਅਗਰ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ, ਤੁਸੀਂ ਚਾਹੇ ਸਟੱਡੀ ਲਈ ਕਰਨਾ ਹੈ, ਚਾਹੇ ਤੁਸੀਂ ਕਿਸੇ ਨੂੰ ਲਾਈਕ ਕਿਸੇ ਰਿਲੇਟਿਵ ਨੂੰ ਮਿਲਣ ਜਾਣਾ ਹੈ,
ਇਹ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਤੁਹਾਡੀ ਕੇਸ ਨੂੰ ਬੈਸਟ ਪੋਸੀਬਲ ਵੇ 'ਚ ਫਾਈਲ ਕਿੱਦਾਂ ਕਰਨਾ ਹੈ। ਅੱਛਾ ਸੋ ਰਿਜ਼ਲਟਸ ਸਾਡੇ ਹੱਥ ਨਹੀਂ ਹੁੰਦੇ ਕਿ ਮੇਰਾ ਹੱਥ ਲਾ ਕੇ ਹੀ ਰਿਜ਼ਲਟ ਆਣੇ ਆ। ਸੋ ਵੀ ਡੋਂਟ ਬਿਲੀਵ ਇਨ ਦਿਸ ਆਈਡੀਓਲੋਜੀ, ਬਟ ਇਸ ਚੀਜ਼ ਦੀ ਗਾਰੰਟੀ ਹੈ ਕਿ ਇਹ ਇਸ ਤੋਂ ਬੈਟਰ ਪੋਸੀਬਲ ਕਿਸੇ ਵੀ ਪੋਸੀਬਲ ਵੇ ਦੇ ਵਿੱਚ ਇਸ ਤੋਂ ਬਿਹਤਰ ਤਰੀਕੇ ਨਾਲ ਫਾਈਲ ਨਹੀਂ ਹੋ ਸਕਦਾ। ਸੋ ਯੈਸ ਵੀ ਟੇਕ ਦਿਸ ਪ੍ਰੋਫੈਸ਼ਨਲ ਚੈਲੰਜ। ਸੋ ਇਸੇ ਤਰੀਕੇ ਨਾਲ ਤੁਸੀਂ ਜਿਹੜੀਆਂ ਐਮਬੈਸੀਜ਼ ਵਿੱਚ ਇੰਟਰਵਿਊ ਲਈ ਜਾਂਦੇ ਹੋ, ਹਾਂਜੀ, ਵੀ ਗਾਰੰਟੀ, ਹਾਂ ਵੀਜ਼ਾ ਨਹੀਂ, ਵੀ ਗਾਰੰਟੀ ਕਿ ਅੰਬੈਸੀ ਜਾਓਗੇ ਜਿਹੜਾ ਅੱਖਰ ਤੁਹਾਡੇ ਕੋਲ ਇੰਟਰਵਿਊ 'ਚ ਪੁੱਛਿਆ ਜਾਏਗਾ ਤੁਹਾਨੂੰ ਪਹਿਲਾਂ ਤੋਂ ਪਤਾ ਹੋਏਗਾ, ਔਰ ਨਾਲ ਦੀ ਨਾਲ ਜਿਹੜਾ ਉਹਦਾ ਜਵਾਬ ਦੇਣਾ ਆ ਤੁਹਾਨੂੰ ਉਹ ਵੀ ਪਹਿਲਾਂ ਤੋਂ ਪਤਾ ਹੋਏਗਾ। ਓਕੇ। ਸੋ 100% ਕੁਐਸਚਨਸ ਮੇਰੇ ਹੋ ਸਕਦੇ, 100% ਆਨਸਰਸ ਮੇਰੇ ਹੋ ਸਕਦੇ, ਪਰ ਉੱਥੇ ਜਾ ਕੇ ਬੋਲੇਗਾ ਕੌਣ? ਐਪਲੀਕੈਂਟ। ਯੈਸ। ਸੋ ਵੀਜ਼ਾ ਆਊਟਕਮ ਨੂੰ ਅਸੀਂ ਕਦੀ ਵੀ ਅਸੀਂ ਕਦੀ ਵੀ ਐਂਡੋਰਸ ਨਹੀਂ ਕਰਦੇ, ਬਟ ਆਬਵੀਅਸਲੀ ਪ੍ਰੋਫੈਸ਼ਨਲ ਆਇਡੈਂਟੀ ਵੀ ਆਲਵੇਜ਼ ਐਂਡੋਰਸ। ਠੀਕ ਹੈ, ਮਤਲਬ ਤੁਸੀਂ ਬੱਚੇ ਦੀ ਪੂਰੀ ਤਿਆਰੀ ਕਰਵਾਉਂਦੇ ਹੋ, ਉਹਨਾਂ ਦੀ ਇੰਟਰਵਿਊਜ਼ ਦੀ ਵੀ ਪੂਰੀ ਤਿਆਰੀ ਕਰਾਈ ਜਾਂਦੀ ਹੈ। ਬਿਕਾਜ਼ ਅਗਰ ਤੁਸੀਂ ਸਟੱਡੀ ਪਰਮਿਟਸ ਦੀ ਗੱਲ ਕਰੋਗੇ, ਕੈਨੇਡਾ ਦੇ ਵਿੱਚ ਜਿੰਨਾ ਸਟੂਡੈਂਟਸ ਜਾਂਦੇ ਆ, ਸਟੂਡੈਂਟਸ ਨੇ ਕੇਸਿਸ ਨਾ ਅੰਬੈਸੀ ਕਿਸੇ ਨੇ ਜਾਣਾ, ਬਹੁਤ ਸਾਰੇ ਕੇਸਿਸ ਸਾਡੇ ਕੋਲ ਰਿਫਿਊਜ਼ ਹੋ ਕੇ ਆਉਂਦੇ ਆ। ਸਟੂਡੈਂਟ ਨੂੰ ਇਹ ਨਹੀਂ ਪਤਾ ਹੁੰਦਾ ਮੇਰਾ ਪ੍ਰੋਗਰਾਮ ਕਿਹੜਾ ਸੀ, ਮੇਰਾ ਕਾਲਜ ਕਿਹੜਾ ਸੀ, ਮੇਰਾ ਉਸ ਤੋਂ ਬਾਅਦ ਪ੍ਰੋਫੈਸ਼ਨ ਕੀ ਹੈ, ਮੇਰੀ ਲਾਸਟ ਐਜੂਕੇਸ਼ਨ ਕੀ ਸੀ। ਅੱਛਾ, ਉਹ ਫੇਲਿਅਰਸ ਦੇ ਕਾਰਨ। ਯੈਸ, ਬੇਸਿਕ ਸਮਝ ਦੇ ਕਾਰਨ ਆ। ਬਿਕਾਜ਼ ਨਾਓ ਦਿਸ ਟ੍ਰੇਡ ਇਜ਼ ਅ ਪ੍ਰੋਫੈਸ਼ਨਲ ਟ੍ਰੇਡ ਜਿਹਦੇ 'ਚ ਜਿਹੜਾ ਮਰਜ਼ੀ ਆਫਿਸ ਆ ਕੇ ਖੋਲ ਸਕਦਾ ਹੈ, ਔਰ ਨਾ ਇਹਦੇ 'ਚ ਕੋਈ ਲਿਆਕਤ ਦੀ ਐਂਟਰੀ ਹੈ, ਨਾ ਇਹਦੇ 'ਚ ਕੋਈ ਪ੍ਰੋਫੈਸ਼ਨਲ ਲਾਈਕ ਐਜੂਕੇਸ਼ਨ ਦੀ ਲੋੜ ਹੈ। ਸੋ ਤੁਸੀਂ ਕਹਿਤਾ ਕਿ ਮੈਂ ਕੰਸਲਟੈਂਟ, ਮੇਰਾ ਹੱਥ ਲਾ ਕੇ ਵੀਜ਼ਾ ਆਉਂਦਾ, ਤੁਸੀਂ ਚੰਗੀ ਮਾਰਕੀਟਿੰਗ ਕੀਤੀ, ਯੂ ਹੈਵ ਗੁੱਡ ਕੇਸਿਸ। ਜੀ। ਸੋ ਆਬਵੀਅਸਲੀ ਜਿਹੜੇ ਰਿਜ਼ਲਟਸ ਨੇ ਉਹ ਤੁਸੀਂ ਜਿੱਥੋਂ ਮਰਜ਼ੀ ਜਿੱਦਾਂ ਮਰਜ਼ੀ ਮਾਰਕੀਟ ਕਰ ਸਕਦੇ ਹੋ, ਬਟ ਜਿਹੜਾ ਕੇਸ ਨੂੰ ਫਾਈਲ ਕਰਨ ਦਾ ਤਰੀਕਾ ਆ ਉਹ ਇਟ ਇਜ਼ ਲਰਨਡ ਓਵਰ ਦਾ ਇਅਰਸ। ਸੋ ਇਟ ਇਜ਼ ਵੀ ਕਾਲ ਇਟ ਸਾਇੰਸ ਆਫ ਵੀਜ਼ਾ ਬੇਸਿਕਲੀ। ਸਾਇੰਸ ਆਫ ਵੀਜ਼ਾ, ਇਹ ਨਵਾਂ ਵਰਡ ਸੁਣਨ ਨੂੰ ਮਿਲਿਆ ਮੈਨੂੰ। ਯੈਸ, ਸੋ ਵੀ ਨੋ ਦਾ ਸਾਇੰਸ ਆਫ ਵੀਜ਼ਾ ਐਂਡ ਵੀ ਵਾਂਟ ਯੂ ਟੂ ਨੋ ਇਟ ਐਕਚੁਅਲੀ। ਔਰ ਸਾਇੰਸ ਸਮਝਦੇ ਕਿ ਸਭ ਨੂੰ ਇਹ ਚੀਜ਼ ਦੀ ਜਿਹੜੀ ਸਾਇੰਸ ਆਫ ਵੀਜ਼ਾ ਦੀ ਸਮਝ ਲੱਗੇ ਕਿ ਵੀਜ਼ਾ ਬੇਸਿਕਲੀ ਬਣਦਾ ਕਿਸ ਤਰੀਕੇ ਨਾਲ। ਹਾਂਜੀ, ਬਿਲਕੁਲ ਬਹੁਤ ਅੱਛਾ ਲੱਗਿਆ ਜੀ ਸਰ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸਪਸ਼ਟ ਗੱਲਾਂ ਕੀਤੀਆਂ ਤੁਸੀਂ। ਔਰ ਦਰਸ਼ਕੋ, ਜੇ ਤੁਸੀਂ ਵੀ ਇੱਕ ਸਹੀ ਗਾਈਡੈਂਸ ਦੀ ਔਰ ਸਹੀ ਦਿਸ਼ਾ 'ਚ ਜੇ ਜਾਣਾ ਚਾਹੁੰਦੇ ਤਾਂ ਤੁਸੀਂ ਜ਼ਰੂਰ ਰਾਇਲ ਟਰੈਵਲਸ ਨੂੰ ਕੰਟੈਕਟ ਕਰੋ। ਨੰਬਰ ਸਾਡੀ ਸਕਰੀਨ ਤੇ ਚੱਲ ਰਹੇ ਨੇ। ਤੇ ਅੱਜ ਲਈ ਬਸ ਇੰਨਾ ਹੀ। ਔਰ ਸਰ ਜੀ ਬਹੁਤ ਧੰਨਵਾਦ। ਥੈਂਕ ਯੂ ਮੈਮ। ਜਲਦੀ ਮਿਲਾਂਗੇ ਤੁਹਾਨੂੰ ਅੱਗੇ ਇੱਕ ਖਾਸ ਪੇਸ਼ਕਸ਼ ਦੇ ਨਾਲ, ਇੱਕ ਹੋਰ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਤੁਸੀਂ ਆਪਣਾ ਧਿਆਨ ਰੱਖੋ। ਬਾਏ ਬਾਏ ਐਂਡ ਟੇਕ ਕੇਅਰ।